देखो, एक बहुत ही सीरियस ते गंभीर चीज़ मेरे सामने आई है कि जद काले खेती दे कानून बनाए गए ਉਹਦੇ ਵਿੱਚ ਤਾਂ ਕੇਂਦਰ ਤੇ ਸੂਬੇ ਦੀ ਸਰਕਾਰ ਦੀ ਮਿਲੀ ਭੁਗਤ ਮੈਨੂੰ ਦੇਖਣ ਨੂੰ ਮਿਲ ਰਹੀ ਸੀ। ਲੇਕਿਨ ਅੱਜ ਦੀ ਡੇਟ ਵਿੱਚ ਜਿਹੜੀ ਗੱਲ ਸਾਹਮਣੇ ਅੱਜ ਮੈਂ ਪ੍ਰਸ਼ਨ ਪੁੱਛਿਆ, ਕਿਉਂਕਿ ਮੈਨੂੰ ਇਹ ਇੱਕ ਚਿੱਠੀ ਮੇਰੇ ਕੋਲ ਆਈ ਲੱਭੀ ਕਿ ਕੇਂਦਰ ਦੀ ਸਰਕਾਰ ਨੇ ਜਿਹੜੀ ਹੁਣ ਕਣਕ ਦੀ ਖਰੀਦ ਹੋਊਗੀ ਉਹਦੇ ਵਿੱਚ ਸਾਫ਼ ਲਿਖਤਾ ਕਿ ਉਹਨਾਂ ਦੀ ਹੀ ਕਣਕ ਖਰੀਦੀ ਜਾਊਗੀ ਜਿਹੜੇ ਆਪਣੇ लैंड रिकॉर्ड अपनी ਜ਼ਮੀਨ ਦੀ ਮਾਲਕੀਅਤ ਅਪਲੋਡ ਕਰਨਗੇ ਤੇ ਸਿੱਧੇ ਉਸ ਮਾਲਿਕ ਦੇ ਖਾਤੇ ਵਿੱਚ ਖਰੀਦ ਦੇ ਪੈਸੇ ਜਾਣਗੇ। ਜਿਸ ਸੂਬੇ ਵਿੱਚ 40% ਇਹੋ ਜਿਹੇ ਲੋਕ ਜਿਨ੍ਹਾਂ ਦੇ ਕੋਲ ਜ਼ਮੀਨ ਨਹੀਂ ਹੈ, ਜਿਹੜੇ ਠੇਕੇ ਵਿੱਚ ਲੈ ਕੇ ਆਪਣੀ ਖੇਤੀ ਕਰਦੇ ਨੇ, ਇਹਦਾ ਮਤਲਬ ਜੇ ਉਹਨਾਂ ਦੇ ਕੋਲ ਮਾਲਕੀਅਤ ਨਹੀਂ ਤੇ ਹੁਣ ਕਣਕ ਦੀ ਫਸਲ ਦੀ ਉਹਨਾਂ ਦੀ ਖਰੀਦ ਨਹੀਂ ਹੋਵੇਗੀ। ਉਹ ਤਾਂ ਹੀ ਹੋਊਗੀ ਜੇ ਖੇਤ ਦਾ ਮਾਲਿਕ ਅਪਲੋਡ ਕਰੂਗਾ ਕਿ ਆ ਮੇਰਾ ਠੇਕਾ ਇਹਦੇ ਨਾਂ ਹੈਗਾ। ਤੇ ਜਿਹੜਾ ਟੈਨੈਂਸੀ ਐਕਟ ਹੈਗਾ ਜਿਹਦੇ ਵਿੱਚ ਕਿਹਾ ਗਿਆ ਕਿ ਜਿਹੜਾ ਬੰਦਾ ਦਿਖਾਊਗਾ ਕਿ ਇਸ ਖੇਤ ਵਿੱਚ ਇਹਦੇ ਵਿੱਚ ਮੈਂ ਇੱਥੇ ਠੇਕਾ ਲੈਂਦਾ ਰਿਹਾ ਹੈ, ਤੇ ਫਿਰ ਕੁਝ ਸਮੇਂ ਦੇ ਬਾਅਦ ਉਹ ਮਾਲਿਕ ਵੀ ਆਪਣੇ ਆਪ ਨੂੰ ਦਿਖਾ ਸਕਦਾ ਹੈ, ਜਿਹਦੇ ਕਰਕੇ ਕੋਈ ਮਾਲਿਕ ਇਹ ਨਹੀਂ ਦਿਖਾਉਂਦਾ ਕਾਗਜ਼ਾਂ ਵਿੱਚ ਕਿ ਇਹ ਮੈਂ ਇਸ ਬੰਦੇ ਨੂੰ ਆਪਣੀ ਠੇਕੇ ਦਿੱਤੀ ਹੋਈ ਹੈ। ਸੋ ਇਹ ਕੇਂਦਰ ਦੀ ਸਰਕਾਰ ਤੇ ਕਾਂਗਰਸ ਸਰਕਾਰ ਦੀ ਇੱਕ ਵੱਡੀ ਸਾਜ਼ਿਸ਼ ਪੰਜਾਬ ਦੇ ਕਿਸਾਨਾਂ ਨੂੰ ਇੱਕ ਵਾਰ ਫੇਰ ਵੱਡਾ ਝਟਕਾ, ਵੱਡਾ ਧੋਖਾ, ਵੱਡਾ ਨੁਕਸਾਨ ਜਿਹੜਾ ਅਗਲੇ ਮਹੀਨੇ ਹੋਊਗਾ। ਇਹ ਮੇਰਾ ਸਵਾਲ ਅੱਜ ਸੀਗਾ ਪਾਰਲੀਮੈਂਟ ਦੇ ਵਿੱਚ ਕਿ FCI ਨੇ ਜਿਹੜਾ ਇਹ ਸਰਕੂਲਰ ਦੇ ਕੇ ਸੂਬੇ ਦੀ ਸਰਕਾਰ ਨੂੰ ਕਿਹਾ ਹੈ ਕਿ ਸਿਰਫ ਖਰੀਦ ਉਹਨਾਂ ਦੀ ਕੀਤੀ ਜਾਊਗੀ ਜਿਨ੍ਹਾਂ ਨੇ ਲੈਂਡ ਰਿਕਾਰਡ ਅਪਲੋਡ ਕੀਤੇ ਨੇ ਤੇ ਸਿੱਧੇ ਪੈਸੇ ਉਹਨਾਂ ਦੇ ਕੋਲ ਜਾਣਗੇ, ਤੇ ਜਿਨ੍ਹਾਂ ਦੇ ਠੇਕੇ ਤੇ ਲਿੱਤੀ ਹੈ ਜ਼ਮੀਨ ਫਿਰ ਉਹ ਆਪਣੀ ਫਸਲ ਕਿੱਥੇ ਵੇਚਣਗੇ। ਤੇ ਮੈਨੂੰ ਜਿਸ ਗੱਲ ਦਾ ਅਫਸੋਸ ਹੈਗਾ ਕਿ ਨਾ ਹੀ ਖੇਤੀਬਾੜੀ FCI ਦੇ ਜਿਹੜੇ ਮੰਤਰੀ ਪੀਯੂਸ਼ ਗੋਇਲ ਜੀ ਨੇ, ਉਹਨਾਂ ਨੇ ਲੋਕਾਂ ਨੂੰ ਕਿਸ ਤਰ੍ਹਾਂ ਭਾਜਪਾ ਗੁੰਮਰਾਹ ਕਰਦੀ ਹੈ ਤੇ ਕਿਸ ਤਰ੍ਹਾਂ ਕੇਂਦਰ ਤੇ ਸੂਬੇ ਦੀ ਸਰਕਾਰ ਮਿਲ ਕੇ ਲੋਕਾਂ ਦਾ ਨੁਕਸਾਨ ਕਰ ਰਹੇ। ਮੈਨੂੰ ਦੁੱਖ ਇਸ ਗੱਲ ਦਾ ਕਿ ਮੈਨੂੰ ਕਿਹਾ ਕਿ ਤੁਸੀਂ ਇਸ ਫੈਸਲੇ ਦਾ ਹਿੱਸਾ ਸੀ, ਜਦ ਬਿਲਕੁਲ ਸਾਫ਼ ਗੱਲ ਹੈ ਕਿ ਆਹ ਫੈਸਲਾ ਤੁਸੀਂ ਜਦ ਦੇਖੋ ਇਹਦੇ ਵਿੱਚ ਇਹ ਅਕਤੂਬਰ ਦੇ ਮਹੀਨੇ ਪਿਛਲੇ ਸਾਲ ਲਿੱਤਾ ਗਿਆ ਸੀ, ਜਦ ਮੈਂ ਉਸ ਤੋਂ ਪਹਿਲੇ ਮੈਂ ਆਪਣੀ ਇਸ ਸਰਕਾਰ ਦੇ ਨਾਲ ਆਪਣਾ ਸਾਰਾ ਨਾਤਾ ਅਸੀਂ ਤੋੜ ਚੁੱਕੇ ਸੀਗੇ ਕਿਉਂਕਿ ਕਿਸਾਨੀ ਵਿਰੋਧ ਇਹ ਸਰਕਾਰ ਹੈਗੀ। ਤਾਂ ਅਕਤੂਬਰ ਤੇ ਲਿੱਤਾ ਹੋਇਆ ਫੈਸਲਾ ਤੇ ਇਸ ਫੈਸਲੇ ਦੇ ਉੱਤੇ ਇਹ ਜਿਹੜੀ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਹੈ ਜਿਹਦੇ ਵਿੱਚ ਸਾਫ਼-ਸਾਫ਼ ਕਿਹਾ ਗਿਆ ਪੰਜਾਬ ਸਰਕਾਰ ਨੂੰ ਕਿ ਤੁਸੀਂ ਕਿਹਾ ਸੀ ਕਿ ਜਿਹੜੀ ਝੋਨੇ ਦੀ ਫਸਲ ਸੀ ਉਹ ਤੁਸੀਂ ਸਾਡੀ ਚੱਕ ਲਓ, ਕਿਉਂਕਿ ਕਿਸਾਨੀ ਕਾਨੂੰਨਾਂ ਦੇ ਖਿਲਾਫ ਕਿਸਾਨ ਧਰਨੇ 'ਚ ਬੈਠੇ ਹੋਏ ਨੇ, ਜਿਹਦੇ ਕਰਕੇ ਅਸੀਂ ਇਹਨਾਂ ਦੀ ਜ਼ਮੀਨੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਕਰ ਸਕੇ ਹਾਂ। ਇਸ ਕਰਕੇ ਇਸ ਵਾਰੀ ਤੁਸੀਂ ਇਸ ਫਸਲ ਨੂੰ ਇਸ ਤਰ੍ਹਾਂ ਚੱਕ ਲਓ, ਅਗਲੀ ਵਾਰੀ ਅਸੀਂ ਕਰ ਦਾਂਗੇ। ਤੇ ਧੋਖਾ ਕਿਹਨੇ ਦਿੱਤਾ? ਇਹ ਸਾਫ਼-ਸਾਫ਼ ਇੱਥੇ ਲਿਖਿਆ ਹੈ ਕਿ ਤੁਹਾਡੇ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ, ਫੂਡ ਸਪਲਾਈ ਮੰਤਰੀ, ਇਹਨਾਂ ਨੇ ਐਗਰੀਕਲਚਰ ਸੈਕਟਰੀ ਨੂੰ ਮਿਲ ਕੇ ਵਿਸ਼ਵਾਸ ਦਿਲਾਇਆ ਸੀ ਕਿ ਤੁਸੀਂ ਝੋਨੇ ਦੀ ਚੱਕ ਲਓ, ਕਣਕ ਤਾਈ ਅਸੀਂ ਸਾਰੇ ਲੈਂਡ ਰਿਕਾਰਡ ਅਪਲੋਡ ਕਰ ਦਾਂਗੇ। ਇਹਦਾ ਮਤਲਬ ਇੱਕ ਸੂਬੇ ਦੀ ਸਰਕਾਰ ਨੇ ਲੋਕਾਂ ਦੀ ਪੈਰਵਾਈ ਕਰਨ ਤੋਂ ਬਜਾਏ ਕਿ ਜਿਹੜੇ ਠੇਕੇ 'ਚ ਲੈਂਦੇ ਉਹਨਾਂ ਦਾ ਕੀ ਬਣੂਗਾ, ਇਹਨਾਂ ਨੇ ਸਹਿਮਤੀ ਭਰ ਕੇ ਹਾਮੀ ਭਰੀ ਕਿ ਤੁਸੀਂ ਕਣਕ ਨਾ ਖਰੀਦਣਾ ਜੇ ਜ਼ਮੀਨ ਨਹੀਂ ਦਿਖਾ ਸਕਦੇ। ਇਸ ਤੋਂ ਵੱਡਾ ਧੋਖਾ ਕੀ ਹੋ ਸਕਦਾ ਹੈਗਾ ਕਿ ਹੁਣ ਕਣਕ ਦੀ ਫਸਲ ਵਾਸਤੇ ਸਾਫ਼ ਕਰਕੇ ਕੇਂਦਰ ਦੀ ਸਰਕਾਰ ਨੇ ਕਹਿਤਾ ਕਿ ਜਿਹਦੇ ਕੋਲ ਜ਼ਮੀਨ ਹੈ ਸਰਕਾਰੀ ਖਰੀਦ ਉਹਦੀ ਹੋਊਗੀ, ਜਿਹਦੇ ਕੋਲ ਜ਼ਮੀਨ ਨਹੀਂ ਹੈ ਤੁਹਾਡੀ ਕਣਕ ਦੀ ਫਸਲ ਖਰੀਦੀ ਨਹੀਂ ਜਾਊਗੀ। ਇਹ ਮਿਲੀ ਭੁਗਤ ਜਿਹਦੇ ਕਰਕੇ ਕਿਸਾਨ ਅੱਜ ਡਰੇ ਹੋਏ ਨੇ, ਜਿਹਦੇ ਕਰਕੇ ਉਹ ਸੜਕਾਂ 'ਚ ਬੈਠੇ ਹੋਏ ਨੇ ਕਿ ਇਸ ਕੇਂਦਰ ਦੀ ਸਰਕਾਰ ਨੇ MSP ਦਾ ਸਿਸਟਮ ਖਤਮ ਕਰ ਦੇਣਾ ਹੈ, ਪੰਜਾਬ ਦੀ ਸਰਕਾਰੀ ਖਰੀਦ ਦਾ ਸਿਸਟਮ ਖਤਮ ਕਰ ਦੇਣਾ ਹੈ। ਇਹ ਸਾਰਾ ਖਤਮ ਕਰਕੇ ਕਿਸ ਰਾਜੇ ਨੂੰ ਦੇਣਾ? ਹੁਣ ਜਿੱਥੋਂ ਮਰਜ਼ੀ ਜਿਹੜਾ ਕਿਸਾਨ ਆਪਣੀ ਜ਼ਮੀਨ ਅਪਲੋਡ ਕਰੂਗਾ ਉੱਥੋਂ FCI ਖਰੀਦੋਗੀ ਦੇਸ਼ ਭਰ 'ਚ। ਤੇ ਜਿਹੜਾ ਜਿਹਨੇ ਪੰਜਾਬ ਦੇ ਕਿਸਾਨ ਨੇ ਆਪਣੀ ਜ਼ਿੰਦਗੀ ਲਗਾਤੀ, ਜਦ ਦੇਸ਼ 'ਚ ਢਿੱਡ ਭਰਨ ਵਾਸਤੇ ਅੰਨ ਨਹੀਂ ਹੁੰਦਾ ਸੀਗਾ, ਗ੍ਰੀਨ ਰੈਵੋਲੂਸ਼ਨ ਲਾ ਕੇ ਜਿਹਨੇ ਖੂਨ ਪਸੀਨਾ ਬਹਾ ਕੇ ਜਿਸ ਕਿਸਾਨ ਨੇ ਆਪਣੀ ਮਿਹਨਤ ਦੇ ਨਾਲ ਇਸ ਦੇਸ਼ ਦਾ ਢਿੱਡ ਭਰਨ ਦਾ ਕੰਮ ਕੀਤਾ ਹੈ, ਪਹਿਲੇ ਕਾਲੇ ਕਾਨੂੰਨ ਲਾ ਕੇ ਉਸ ਕਿਸਾਨ ਦੇ ਬੱਚਿਆਂ ਦੇ ਭਵਿੱਖ 'ਚ ਲੱਤ ਮਾਰੀ।
ਆੜਤੀਆਂ ਤੇ ਮਜ਼ਦੂਰਾਂ 'ਚ ਲੱਤ ਮਾਰੀ ਤੇ ਹੁਣ ਤਾਂ ਸਰਾਸਰ ਸਾਫ਼ ਕੈਪਟਨ ਦੀ ਸਹਿਮਤੀ ਦੇ ਨਾਲ ਇਹਨਾਂ ਨੇ ਆਉਣ ਵਾਲੀ ਕਣਕ ਦੀ ਫਸਲ ਵਿੱਚੋਂ ਖਰੀਦ ਖਤਮ ਕਰਨ ਦਾ, ਆਉਣ ਵਾਲੇ ਸਮੇਂ 'ਚ MSP ਖਤਮ ਕਰਨ ਦਾ ਇਹ ਸਰਕਾਰ ਦਾ ਮਨਸ਼ਾ ਬਿਲਕੁਲ ਸਾਫ਼ ਹੋ ਕੇ ਸਾਹਮਣੇ ਆ ਗਈ ਹੈ। ਤੇ ਦੁੱਖ ਦੀ ਗੱਲ ਕਿ ਇਹ ਸਰਕਾਰ ਦੀ ਤਾਂ ਮਨਸ਼ਾ ਕੇਂਦਰ 'ਚ ਜਿਹੜੀ ਸੀਗੀ, ਲੇਕਿਨ ਸਾਫ਼ ਜਿਹੜਾ ਕਹਿਤਾ ਕਿ ਤੁਹਾਡੇ ਫਾਈਨੈਂਸ ਮਿਨਿਸਟਰ ਤੇ ਤੁਹਾਡੇ ਫੂਡ ਸਪਲਾਈ ਮਿਨਿਸਟਰ ਜਿਹੜੀ ਸਹਿਮਤੀ ਦੇ ਕੇ ਆਏ, ਜਿਹੜਾ ਕਾਲੇ ਕਾਨੂੰਨਾਂ ਵਾਸਤੇ ਵੀ ਤੁਸੀਂ ਦੇਖਿਆ ਕਿ ਨੀਤੀ ਆਯੋਗ ਦੀ ਮੀਟਿੰਗ ਵਿੱਚ ਵੀ ਆਹੀ ਮਨਪ੍ਰੀਤ ਬਾਦਲ ਫਾਈਨੈਂਸ ਮਿਨਿਸਟਰ ਨੇ ਸਹਿਮਤੀ ਪਾਈ ਤੇ ਆਹੀ ਕੈਪਟਨ ਸਾਹਿਬ ਉਹ 7 ਮੁੱਖ ਮੰਤਰੀਆਂ ਦਾ ਹਿੱਸਾ ਸੀਗੇ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਸਤੇ ਵੀ ਹਾਮੀ ਦਿੱਤੀ। ਸੋ ਇਹ ਕਾਂਗਰਸ ਤੇ BJP ਕਿਵੇਂ ਰਲ ਮਿਲ ਕੇ ਪੰਜਾਬ ਦੇ ਲੋਕਾਂ ਨਾਲ, ਪੰਜਾਬ ਦੇ ਕਿਸਾਨਾਂ ਨਾਲ, ਮਜ਼ਦੂਰਾਂ ਨਾਲ, ਆੜਤੀਆਂ ਨਾਲ ਜਿਵੇਂ ਧੋਖਾ ਕਰ ਰਹੇ ਨੇ, ਅੱਜ ਪਾਰਲੀਮੈਂਟ 'ਚ ਉਹ ਸਾਹਮਣੇ ਆਇਆ। ਤੇ ਦੁੱਖ ਦੀ ਗੱਲ ਆ ਕਿ ਧੋਖਾ ਤਾਂ ਜਿਹੜੇ ਦੋਨੋਂ ਕਰ ਰਹੇ ਨੇ, ਲੇਕਿਨ ਜਿਹੜੀ ਇੱਕ ਪਾਰਟੀ ਕਿਸਾਨਾਂ ਦੀ ਹੱਕਾਂ ਵਾਸਤੇ ਲੜਾਈ ਲੜ ਰਹੀ ਹੈ, ਜੇ ਅਸੀਂ ਨਾਤਾ ਤੋੜਿਆ, ਅਸੀਂ ਮੰਤਰੀ ਮੰਡਲ ਛੱਡਿਆ, ਕਿਸਾਨ ਦੇ ਹੱਕ ਵਿੱਚ ਛੱਡਿਆ, ਤੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਅੱਜ ਮੰਤਰੀ ਨੇ ਸਾਫ਼ ਕਹਿਤਾ ਕਿ ਅਸੀਂ ਇਹਨਾਂ ਫੈਸਲਿਆਂ ਦੇ ਹਿੱਸੇ ਸੀਗੇ ਜਦ ਇਹ ਫੈਸਲੇ ਅਕਤੂਬਰ ਦੇ ਮਹੀਨੇ 'ਚ ਲਏ ਗਏ, ਜਿਸ ਮਹੀਨੇ 'ਚ ਅਕਾਲੀ ਦਲ ਨੇ ਸਾਰਾ ਨਾਤਾ ਹੀ ਛੱਡਤਾ ਸੀ, ਜਿਸ ਫੈਸਲੇ ਦਾ ਨਾ ਸਾਨੂੰ ਪੁੱਛਿਆ ਗਿਆ ਨਾ ਦੱਸਿਆ ਗਿਆ। ਅੱਜ ਫਲੋਰ ਆਫ ਦਾ ਹਾਊਸ 'ਚ ਮੰਤਰੀ ਸਾਰੇ ਆਮ ਝੂਠ ਬੋਲ ਰਿਹਾ ਹੈ ਤੇ ਇਹਨਾਂ ਦੋਨਾਂ ਸਰਕਾਰ ਦੀ ਮਿਲੀ ਭੁਗਤ ਹੈ। ਮੈਂ ਤਾਂ ਲੋਕਾਂ ਨੂੰ ਕਹਾਂਗੀ ਕਿ ਬਾਕੀ ਵੀ ਦੇਖ ਲਓ ਕਿ ਇਹਨਾਂ ਦੋਨਾਂ ਦੀ ਰਲ ਮਿਲ ਕੇ ਮਨਸ਼ਾ ਕੀ ਹੈ ਤੇ ਇਹਨਾਂ ਤੋਂ ਸਚੇਤ ਹੋ ਜਾਓ ਤੇ ਬਚ ਜਾਓ। ਅੱਜ ਤੁਹਾਡੀ ਕਣਕ ਆਉਣ ਵਾਲੀ ਫਸਲ, ਜੇ ਤੁਹਾਡੇ ਕੋਲ ਜ਼ਮੀਨ ਨਹੀਂ ਹੈਗੀ, ਇਹ ਸਰਕਾਰ ਨੇ ਤੁਹਾਡੀ ਫਸਲ ਨਹੀਂ ਚੱਕਣੀ ਹੈ ਤੇ ਹੌਲੀ ਹੌਲੀ ਪੰਜਾਬ ਦੀ ਸਰਕਾਰੀ ਖਰੀਦ ਵੀ ਖਤਮ ਹੋਗੀ, ਮੰਡੀ ਸਿਸਟਮ ਵੀ ਖਤਮ ਹੋਗਾ। ਜਿਹੜਾ ਹੱਕ ਇੰਨੇ ਸਾਲਾਂ ਤੋਂ ਤੁਹਾਡਾ ਸੀ, ਇਹ ਕੇਂਦਰ ਦੀ ਸਰਕਾਰ ਕੈਪਟਨ ਦੀ ਰਲੀ ਮਿਲੀ ਭੁਗਤ ਦੇ ਨਾਲ ਦੂਜੇ ਸੂਬਿਆਂ ਨੂੰ ਦੇਣ ਦੀ ਤਿਆਰੀ ਸਹੀ ਤਰੀਕੇ ਨਾਲ ਕਰ ਚੁੱਕੀ ਹੈ। ਜੇ ਸਹੀ ਨਹੀਂ ਕੀਤਾ ਤਾਂ ਮੈਂ ਕੈਪਟਨ ਸਾਹਿਬ ਨੂੰ ਪੁੱਛਦੀ ਹਾਂ ਕਿ ਇਹ ਕੇਂਦਰ ਦੀ ਸਰਕਾਰ ਦੀ ਜਿਹੜੀ ਚਿੱਠੀ ਕੇਂਦਰ ਦੀ ਸਰਕਾਰ ਨੇ ਭੇਜੀ ਹੈ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਤੌਰ 'ਤੇ ਮੈਂ ਪੜ੍ਹ ਰਹੀ, as already decided in meeting held on 26/8, ਇਹਦਾ ਮਤਲਬ ਅਗਸਤ ਦੇ ਮਹੀਨੇ 'ਚ ਮੀਟਿੰਗ ਹੋਈ ਸੀ with finance minister and food supply minister ਪੰਜਾਬ। ਪਿਛਲੇ ਅਗਸਤ ਦੇ ਮਹੀਨੇ 'ਚ ਮੀਟਿੰਗ ਕਰਕੇ ਸੈਕਟਰੀ ਨੂੰ ਇਹਨਾਂ ਨੇ ਹਾਮੀ ਕਰਕੇ ਆਏ ਸੀਗੇ ਕਿ ਅਗਲੀ ਵਾਰੀ ਤੁਸੀਂ ਸਿਰਫ ਸਾਡੀ ਕਣਕ ਦੀ ਫਸਲ ਚੱਕਣਾ ਜਿਨ੍ਹਾਂ ਦੇ ਲੈਂਡ ਰਿਕਾਰਡ ਹੋ ਗਏ ਨੇ। ਤੇ ਆਹ ਲਿਖਿਆ ਕਿ ਤੁਸੀਂ ਕਿਹਾ ਸੀਗਾ ਕਿ ਇਹ 3 ਐਜੀਟੇਸ਼ਨ ਬਾਈ ਫਾਰਮਰਸ, ਓਇੰਗ ਟੂ ਐਜੀਟੇਸ਼ਨ ਬਾਈ ਫਾਰਮਰਸ 3 ਐਗਰੋ ਬਿੱਲ, ਸਟੇਟ ਕੋਡ ਨਾਟ ਕੰਪਲੀਟ ਇਹ KYC ਲੈਂਡ ਰਿਕਾਰਡਸ ਆ ਅਸੀਂ ਨਹੀਂ ਖਤਮ ਕਰ ਸਕੇ। ਸੋ ਇਸ ਵਾਰੀ ਸਾਨੂੰ ਵਨ ਟਾਈਮ ਇਹ ਵੇਵ ਕਰ ਦਿਓ, ਜਿਹਦੀ ਆਹ ਚਿੱਠੀ ਦਾ ਵੀ ਉਹਦੇ ਵਿੱਚ ਉਹਨਾਂ ਨੇ ਸਾਫ਼ ਲਿਖਤਾ ਕਿ ਇਟ ਇਜ਼, ਤੁਸੀਂ ਇੱਕ ਵਾਰੀ ਮੰਗਿਆ ਸੀ ਕਿ ਇਸ ਵਾਰੀ ਸਾਨੂੰ ਝੋਨੇ ਵਾਸਤੇ ਛੱਡ ਦਿਓ ਕਿਉਂਕਿ ਕਿਸਾਨ ਸੜਕਾਂ 'ਚ ਬੈਠੇ ਸੀ, ਲੈਂਡ ਰਿਕਾਰਡ ਪੂਰੇ ਨਹੀਂ ਕਰ ਸਕੇ, ਲੇਕਿਨ ਅੱਗੇ ਤੋਂ ਵੀਟ ਪ੍ਰੋਕਿਉਰਮੈਂਟ ਵਾਸਤੇ has directed that farmers land record is must for wheat procurement in RMS 2021-22। मतलब ਕਣਕ ਦੀ ਫਸਲ ਤਾਂ ਹੀ ਚੱਕੀ ਜਾਊਗੀ ਜੇ ਲੈਂਡ 'ਚ ਦਿਖਦਾ ਕਿ ਤੁਹਾਡੀ ਜ਼ਮੀਨ ਦੀ ਮਾਲਕੀਅਤ ਹੈ। ਜੇ ਤੁਸੀਂ ਠੇਕੇ 'ਚ ਲਿੱਤੀ ਹੈ, ਮਾਲਕੀਅਤ ਨਹੀਂ ਦਿਖਾ ਸਕਦੇ ਤੇ ਕਿਸਾਨ ਵੀਰ ਇਸ ਵਾਰੀ ਤੁਹਾਡੀ ਕਣਕ ਨਹੀਂ ਚੱਕੀ ਜਾਊਗੀ। ਤੇ ਇਹਦੇ ਵਾਸਤੇ ਕੈਪਟਨ ਸਰਕਾਰ, ਵਿੱਤ ਮੰਤਰੀ ਸਰਕਾਰ ਨੇ ਮਿਲ ਕੇ ਕੇਂਦਰ ਦੀ ਭਾਜਪਾ ਦੇ ਸਰਕਾਰ ਦੇ ਨਾਲ ਇਹਦੇ ਵਾਸਤੇ ਹਾਮੀ ਭਰਤੀ ਹੈ ਤੇ ਤੁਹਾਡੇ ਢਿੱਡ ਵਿੱਚ ਲਾਤੀ ਨਹੀਂ ਮਾਰੀ, ਲੇਕਿਨ ਮੈਂ ਕਹਿੰਦੀ ਤੁਹਾਡੇ ਪਿੱਠ 'ਚ ਛੁਰਾ ਖੋ ਗਿਆ। ਇੱਥੇ ਮੈਂ ਇੱਕ ਹੋਰ ਵੀ ਚੀਜ਼ ਕਹਿਣਾ ਚਾਹੁੰਦੀ ਹਾਂ। ਅੱਜ ਜਦ ਇੱਕ ਪ੍ਰਸ਼ਨ ਲੱਗਿਆ ਕੁਐਸਚਨ ਆਰ 'ਚ ਤੇ ਮੈਂ ਜਦ ਇਹ ਪ੍ਰਸ਼ਨ ਦੇਖਿਆ ਤੇ ਤੁਸੀਂ ਜੇ ਰਿਕਾਰਡਿੰਗ ਲੋਕ ਸਭਾ ਦੀ ਕੱਢੋ, ਪਹਿਲੇ ਮਨੀਸ਼ ਤਿਵਾਰੀ ਜੀ ਦਾ ਨਾਮ ਕਿਹਾ ਗਿਆ ਇੱਕ ਪ੍ਰਸ਼ਨ ਪੁੱਛਣ ਵਾਸਤੇ। ਤੁਹਾਨੂੰ ਹੈਰਾਨੀ ਹੋਊਗੀ ਕਿ ਜਿਸ ਕਾਂਗਰਸ ਸਰਕਾਰ ਦਾ ਫਰਜ਼ ਬਣਦਾ ਹੈ ਇਹਦੇ ਵਾਸਤੇ ਲੜਨ ਵਾਸਤੇ ਤੇ ਪ੍ਰਸ਼ਨ ਪੁੱਛਣ ਵਾਸਤੇ, ਉਹ ਪੂਰੀ ਕਾਂਗਰਸ ਪਾਰਟੀ ਉੱਥੇ ਖੜੀ ਸੀ, ਮਨੀਸ਼ ਤਿਵਾਰੀ ਖੜੇ ਸੀ, ਲੇਕਿਨ ਪ੍ਰਸ਼ਨ ਪੁੱਛਣ ਤੋਂ ਭੱਜ ਗਏ, ਜਿਹਦੇ ਕਰਕੇ ਮੈਂ ਖੜ ਕੇ ਪ੍ਰਸ਼ਨ ਪੁੱਛਿਆ ਜਿਹੜਾ ਪ੍ਰਸ਼ਨ ਵਾਸਤੇ ਨਾ ਇਹਨਾਂ ਦਾ ਦਿੱਤਾ ਗਿਆ ਸੀਗਾ। ਸੋ ਇਹ ਮਿਲੀ ਭੁਗਤ ਤੋਂ ਇਸ ਤੋਂ ਵੱਡਾ ਤੁਹਾਨੂੰ ਕੀ ਸਬੂਤ ਚਾਹੀਦਾ ਕਿ ਇਹ ਰਲ ਮਿਲ ਕੇ ਇਹ ਕੀ ਕਰ ਰਹੇ ਨੇ ਤੇ ਬਦਨਾਮ ਕਿਹਨੂੰ ਕਰ ਰਹੇ ਨੇ। ਮੰਤਰੀ ਕਹਿੰਦਾ ਕੇਂਦਰ ਸੂਬੇ ਦੀ ਸਰਕਾਰ ਨੂੰ ਪੁੱਛ ਲਓ ਤੇ ਮੇਰੇ ਉੱਤੇ ਇਲਜ਼ਾਮ ਲਾਉਂਦਾ ਹੈ ਕਿ ਮੈਂ ਇਹਦੇ ਹੱਕ 'ਚ ਸੀਗੀ ਜਦ ਮੈਂ ਸਵਾਲ ਪੁੱਛ ਰਹੀ ਹਾਂ, ਮੈਂ ਮੰਤਰੀ ਮੰਡਲ ਛੱਡਿਆ ਹੈ, ਅਸੀਂ ਆਪਣਾ ਨਾਤਾ ਇਹਨਾਂ ਦੇ ਨਾਲ ਕਿਸਾਨਾਂ ਮਗਰ ਤੋੜਿਆ ਤੇ ਇਹ ਕਿਵੇਂ ਰਲ ਮਿਲ ਕੇ ਝੂਠ ਬੋਲ ਕੇ ਉਹਨਾਂ ਨੂੰ ਬਦਨਾਮ ਕਰੇ ਜਿਨ੍ਹਾਂ ਨੇ ਕਿਸਾਨੀ ਵਾਸਤੇ ਆਪਣਾ ਸਭ ਕੁਝ ਛੱਡ ਹੀ ਨਹੀਂ ਦਿੱਤਾ। ਲੇਕਿਨ ਅਕਾਲੀ ਦਲ ਨੇ ਇਤਿਹਾਸ 'ਚ ਪੰਜਾਬ 'ਚ ਕਿਸਾਨੀ ਨੂੰ ਅੱਗੇ ਲਿਜਾਣ ਵਾਸਤੇ ਜੇ ਟਿਊਬਵੈਲ ਦੇ ਕਨੈਕਸ਼ਨ, ਬਿਜਲੀ ਪਾਣੀ ਮਾਫ ਹੋਏ, ਮੰਡੀਆਂ ਬਣੀਆਂ ਤਾਂ ਦੇਣ ਸ਼੍ਰੋਮਣੀ ਅਕਾਲੀ ਦਲ ਦੀ ਹੈਗੀ। ਸੋ ਇਸ ਚੀਜ਼ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹ ਚੀਜ਼ ਅੱਜ ਮੈਂ ਲੋਕਾਂ ਦੇ ਸਾਹਮਣੇ ਰੱਖ ਰਹੀ ਹਾਂ। ਲੋਕਾਂ ਦਾ ਜੇ ਸਹਾਰਾ ਹੋਊਗਾ, ਜੇ ਲੋਕੀ ਸਾਡੇ ਨਾਲ ਖੜਨਗੇ, ਅਸੀਂ ਡਟ ਕੇ ਲੜਾਂਗੇ। ਲੇਕਿਨ ਅੱਜ ਦਾ
ਮੇਰਾ ਕਹਿਣ ਦਾ ਭਾਵ ਆਹੀ ਹੈ ਕਿ ਇਹ ਚੀਜ਼ ਮੇਰੇ ਨੋਟਿਸ 'ਚ ਹੈ। ਮੈਂ ਤਾਂ ਇਕੱਲੇ ਉੱਥੇ ਰੌਲਾ ਪਾ ਰਹੀ ਹਾਂ, ਅਕਾਲੀ ਦਲ ਤੁਹਾਡੇ ਨਾਲ ਖੜਿਆ ਹੈ, ਲੇਕਿਨ ਜੇ ਲੋਕੀ ਸਾਡੇ ਨਾਲ ਖੜੇ ਹੋਣਗੇ ਤਾਂ ਹੀ ਅੱਗੇ ਹੋ ਕੇ ਅਸੀਂ ਤੁਹਾਡੀ ਲੜਾਈ ਵਿੱਚ ਅਗਵਾਈ ਕਰ ਸਕਦੇ ਹਾਂ, ਕਿਉਂਕਿ ਇਹ ਦੋਨੋਂ ਪਾਰਟੀਆਂ ਮਿਲੀਆਂ ਹੋਈਆਂ ਨੇ। ਇਸ ਤੋਂ ਵੱਡਾ ਸਬੂਤ ਕੀ ਤੁਹਾਨੂੰ ਚਾਹੀਦਾ ਕਿ ਤੁਹਾਡੀ MSP ਖਤਮ ਹੋ ਰਹੀ ਹੈ, ਤੁਹਾਡਾ ਮੰਡੀਕਰਨ ਸਿਸਟਮ ਖਤਮ ਹੋ ਰਿਹਾ, ਦੂਰ ਦੀ ਗੱਲ ਨਹੀਂ, ਇਸ ਕਣਕ ਦੀ ਫਸਲ ਤੋਂ ਹੀ ਸ਼ੁਰੂ ਹੋ ਰਿਹਾ ਹੈ। ਇਸ ਤੋਂ ਵੱਡਾ ਸਬੂਤ ਤੁਹਾਨੂੰ ਕੀ ਚਾਹੀਦਾ ਹੈ?